ਜਗਮੋਹਨ ਸਿੰਘ ਪੱਟੀ ਐਡਵੋਕੇਟ यूट्यूब चैनल। ਅੱਜ ਤੁਹਾਡੇ ਨਾਲ ਇੱਕ ਗੱਲ ਅਗਨੀਪਥ, ਇਹ ਜਿਹੜੇ ਅਗਨੀਵੀਰ ਨੇ, ਇਹ ਜਿਹੜੇ ਜੋ ਵੀ ਦੇਸ਼ ਦੇ ਵਿੱਚ ਇੱਕ ਚੱਲ ਪਿਆ ਰੁਝਾਨ ਕਿ ਇੱਕ ਲੋਕਾਂ ਦੀ, ਦੇਸ਼ ਤੇ ਭਾਰਤ ਦੇ ਲੋਕਾਂ ਦੀ ਸਹਿਣਸ਼ੀਲਤਾ ਨੂੰ ਟੈਸਟ ਕਰਨ ਦਾ ਰੁਝਾਨ ਜਿਹੜਾ ਚੱਲ ਪਿਆ, ਉਹ ਚੱਲਿਆ ਕਦੋਂ ਤੋਂ ਹੈ? 8 ਨਵੰਬਰ ਤੋਂ, 8 ਨਵੰਬਰ 2016 ਤੋਂ। ਔਰ ਇਹ 2016 ਤੋਂ एक ही रुझान ਚੱਲਿਆ ਸੀ कि 8 ਵਜੇ ਮੋਦੀ ਜੀ ਨੇ ਆ ਕੇ ਐਲਾਨ ਕਰ ਦਿੱਤਾ ਸੀ ਅਨਆਥੋਰਾਈਜ਼ਡਲੀ ਕਿ ਭਾਰਤ ਦੀ ਕਰੰਸੀ ਜਿਹੜੀ ਹੈ ਉਹ ਜਿਹੜੀ ਹੈ 8 ਵਜੇ ਤੋਂ ਬਾਅਦ ਨਹੀਂ ਚੱਲੇਗੀ। ਲੋਕਾਂ ਨੂੰ ਨਾ ਖਾਣ ਦਾ, ਨਾ ਪੀਣ ਦਾ, ਨਾ ਸੌਣ ਦਾ ਕੋਈ ਵੀ ਜਿਹੜਾ ਸੀਗਾ ਉਹਨਾਂ ਨੂੰ ਨਹੀਂ ਦਿੱਤਾ ਗਿਆ ਮੌਕਾ। ਔਰ ਇਹ ਰੁਝਾਨ ਚੱਲ ਪਿਆ। ਇਹ ਕਿਹੜਾ ਪੱਥ ਸੀ, ਇਸ ਤੋਂ ਗੱਲ ਕੀਤੀ ਹੈ ਸ਼ੁਰੂ। ਕਿੰਨੇ ਲੋਕ ਮਰ ਗਏ, ਕਿੰਨੇ ਬਲੀ ਚੜ੍ਹ ਗਏ, ਕਿੰਨਿਆਂ ਦੇ ਰਿਸ਼ਤੇ ਟੁੱਟ ਗਏ ਤੇ ਕਿੰਨੇ ਸੁਸਾਈਡ ਕਰ ਗਏ। ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਸੀ, ਲੇਕਿਨ ਮੋਦੀ ਸਰਕਾਰ ਨੇ ਇਸ ਦੇ ਉੱਤੇ ਕੁਛ ਨਾ ਕੀਤਾ। ਇਹ ਸਹਿਣਸ਼ੀਲਤਾ ਤੁਹਾਡੀ ਦਾ ਪਹਿਲਾ ਟੈਸਟ ਸੀ ਜਿਹੜਾ 2014 ਤੋਂ ਸ਼ੁਰੂ ਹੋ ਚੁੱਕਿਆ ਸੀ। ਔਰ ਇਸ ਤੋਂ ਪਹਿਲੇ ਵੀ ਛੋਟੇ ਛੋਟੇ ਟੈਸਟ ਹੋਏ ਹੋਣਗੇ। ਜੇ ਇਹ ਟੈਸਟ ਹੋਏ ਸੀ ਤੇ ਇਹ ਕੀ ਸੀਗੇ? ਜੇ ਤੁਸੀਂ ਇਹ ਦੇਖੋ, ਇਹ ਸੋਚੋ, ਤੁਸੀਂ ਇਹ ਸਮਝੋ ਤੇ ਇਹ ਵਿਚਾਰੋ। ਟੈਸਟਾਂ ਦਾ ਟੈਸਟ ਦੇਸ਼ ਵਿੱਚੋਂ ਨਿਕਲਦੇ ਕਿ ਕੁਝ ਵੱਡੇ ਵੱਡੇ ਟੈਸਟਾਂ ਦੀ ਜਿਹੜੀ ਹੈ ਮੈਂ ਪਹਿਚਾਣ ਤੁਹਾਨੂੰ ਕਰਾ ਰਿਹਾ। ਔਰ ਉਹ ਪਹਿਚਾਣ ਜਿਹੜੀ ਕਰਾ ਰਿਹਾ ਤੁਹਾਨੂੰ ਉਹ ਇਸ ਹਿਸਾਬ ਦੀ ਹੈ ਕਿ ਕੋਵਿਡ ਆ ਗਿਆ 2019 'ਚ। ਇਹ ਇੱਕ ਲਿਟਮਸ ਟੈਸਟ ਸੀ ਜਾਂ ਕੀ ਸੀ, ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਲੇਕਿਨ ਇੱਕ ਚੀਜ਼ ਜ਼ਰੂਰ ਉਗੜ ਕੇ ਸਾਹਮਣੇ ਨਜ਼ਰ ਆਈ, ਸਾਫ਼ ਨਜ਼ਰ ਆਈ। ਉਹ ਇਹ ਸੀਗੀ ਕਿ 15 ਕਰੋੜ ਦੇਸ਼ ਦੇ ਲੋਕਾਂ ਨੂੰ ਵਾਪਸ ਆਪਣੇ ਆਪਣੇ ਘਰਾਂ ਵੱਲ ਜਾਣਾ ਪੈ ਗਿਆ। ਔਰ ਸਰਕਾਰ ਨੇ ਕੋਈ ਇਮਦਾਦ ਨਹੀਂ ਕੀਤੀ, ਕਿਸੇ ਨੂੰ ਕੋਈ ਜਿਹੜਾ ਸਬਸਿਸਟੈਂਸ ਨਹੀਂ ਦਿੱਤੀ, ਕਿਸੇ ਨੂੰ ਕੋਈ ਅਲਾਊਂਸ ਨਹੀਂ ਦਿੱਤਾ, ਕਿਸੇ ਨੂੰ ਕੋਈ ਰਾਸ਼ਨ ਪਾਣੀ ਨਹੀਂ ਦਿੱਤਾ। ਕਿੱਡਾ ਵੱਡਾ ਪੱਥ ਸੀ ਤੇ ਕਿੱਡੀ ਵੱਡੀ ਪ੍ਰਾਪਤੀ ਪੱਥ ਸੀ ਇਹ ਇੱਕ ਹੋਰ ਪ੍ਰਾਪਤੀ ਪੱਥ ਤੁਹਾਡੇ ਸਾਹਮਣੇ ਆਇਆ। ਜਦੋਂ ਕਈ ਵਾਰੀ ਕੁਛ ਬੱਸਾਂ ਦੇ ਉੱਤੇ ਸਫ਼ਰ ਕਰੀਦਾ ਤਾਂ ਬੱਸਾਂ ਖੜੀਆਂ ਹੁੰਦੀਆਂ ਬੱਸ ਸਟੈਂਡ ਦੇ ਉੱਤੇ ਤੇ ਉਹਨਾਂ ਦੇ ਉੱਤੇ ਲਿਖਿਆ ਹੁੰਦਾ ਰਾਜਸਥਾਨ ਪਥ ਪਰਿਵਾਹਨ, ਹਿਮਾਚਲ ਪਥ ਪਰਿਵਾਹਨ, ਹਰਿਆਣਾ ਪਥ ਪਰਿਵਾਹਨ। ਔਰ ਇਹ ਪਰਿਵਾਹਨ ਜਿਹੜੇ ਨੇ ਕਿਸੇ ਸਿਰੇ ਜਾ ਲੱਗਦੇ ਨੇ। ਲੇਕਿਨ ਜਿਹੜਾ ਅੱਜ ਅਗਨੀਪਥ ਸ਼ੁਰੂ ਹੋਇਆ, ਇਹ ਕਿਹੜੇ ਸਿਰੇ 'ਤੇ ਲੱਗੇਗਾ ਇਸ ਦਾ ਕੋਈ ਪਤਾ ਨਹੀਂ। ਲੇਕਿਨ ਸਿਰੇ ਜਿਹੜੇ ਨੇ ਇਹਦੇ ਇੰਨੇ ਕੁ ਖਰਾਬ ਹੋ ਗਏ ਨੇ ਕਿ ਦੇਸ਼ ਦਾ ਜਿਹੜਾ ਨੌਜਵਾਨ ਹੈ, ਪਿਛਲੇ 2 ਸਾਲ 3 ਸਾਲ ਤੋਂ ਕੋਈ ਟੈਸਟ ਪਾਸ ਕਰੀ ਫਿਰਦਾ ਸੀ, ਕੋਈ ਫੌਜ ਦੀ ਤਿਆਰੀ ਕਰੀ ਫਿਰਦਾ ਸੀ, ਜਾਂ ਕਿਸੇ ਤਰ੍ਹਾਂ ਕਿਸ ਹਿਸਾਬ ਦਾ ਸੀ ਉਸ ਦਾ ਮਿਹਨਤ ਦਾ ਅੰਦਾਜ਼, ਉਸ ਅੰਦਾਜ਼ ਪੱਥ ਦੇ ਉੱਤੇ ਅੱਜ ਚੱਲ ਗਿਆ ਬੁਲਡੋਜ਼ਰ ਪੱਥ ਚੱਲ ਗਿਆ। ਔਰ ਉਹ ਬੁਲਡੋਜ਼ਰ ਪੱਥ ਜਿਹੜਾ ਚੱਲਿਆ, ਕਿਵੇਂ ਚੱਲਿਆ ਤੇ ਕਿਸ ਹਿਸਾਬ ਨਾਲ ਚੱਲਿਆ, ਇਹ ਤੁਹਾਨੂੰ ਦੱਸ ਦਿੰਦਾ। ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਜਿਹੜੀ ਫੌਜ ਹੈ ਉਹਦੇ 'ਚ ਅਗਨੀਵੀਰ ਜਾਂ ਅਗਨੀਪਥ ਜਾਂ ਹੋਣਗੇ ਤੇ 4 ਸਾਲ ਲਈ ਉਹਨਾਂ ਦੀ ਨੌਕਰੀ ਹੋਏਗੀ। ਤੇ ਉਹਨਾਂ ਨੂੰ ਜਿਹੜਾ ਇੱਕ ਐਸਾ ਲਾਲਚ ਦਿੱਤਾ ਗਿਆ ਕਿ ਜਿਹੜਾ 2 ਕਰੋੜ ਦਾ ਪੱਥ ਸੀਗਾ ਹਰ ਸਾਲ ਨੌਕਰੀਆਂ ਦੇਣ ਦਾ, ਉਹ ਪੱਥ ਆਪਣੇ ਆਪ ਦੇ ਵਿੱਚ ਗੁਆਚ ਗਿਆ। ਜਦੋਂ ਉਹ ਪੱਥ ਆਪਣੇ ਆਪ ਦੇ ਵਿੱਚ ਗੁਆਚ ਗਿਆ ਤੇ ਫਿਰ ਤੁਸੀਂ ਇਹ ਹਿਸਾਬ ਲਾ ਲਓ ਵੀ ਉਸ ਪੱਥ ਨੂੰ ਲੱਭਣ ਦੀ ਖਾਤਰ ਨੂਪਰ ਸ਼ਰਮਾ ਦਾ ਕਾਂਡ ਆਇਆ, ਜਿਹਦੇ ਵਿੱਚ ਦੇਸ਼ ਦੇ ਲੋਕਾਂ ਦਾ ਧਿਆਨ ਪਲਟਾਉਣ ਲਈ ਇੱਕ ਨਵਾਂ ਪੱਥ ਪੈਦਾ ਕੀਤਾ ਗਿਆ। ਤੇ ਫਿਰ ਦੇਸ਼ ਦੇ ਵਿੱਚ ਜੋ ਹੋਇਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਇਆ। ਇਹ ਜਗਦਾ ਬੁਝਦਾ ਸ਼ਹਿਰ, ਇਹ ਕਿਸੇ ਨੂੰ ਕਿੰਨਾ ਚੰਗਾ ਲੱਗਦਾ ਹੋਏਗਾ। ਇਹ ਸਾਡੇ ਦੇਸ਼ ਦਾ ਹਿੱਸਾ ਹੈ ਚੰਡੀਗੜ੍ਹ। ਇਸ ਚੰਡੀਗੜ੍ਹ ਦੀਆਂ ਵਿੱਚ ਲਾਈਟਾਂ ਦੇ ਵਿੱਚ ਲੋਕ ਚਹਿਲ ਕਦਮੀ ਕਰ ਰਹੇ ਨੇ, ਪਹਿਲ ਕਦਮੀ ਕਰ ਰਹੇ ਨੇ। ਕੋਈ ਬੈਠਾ ਹੈ, ਕੋਈ ਖਲੋਤਾ ਹੈ, ਕੋਈ ਉੱਠਦਾ ਹੈ, ਕੋਈ ਤੁਰਦਾ ਹੈ, ਕੋਈ ਫਿਰਦਾ ਹੈ। ਉਹ ਵੀ ਆਪਣੇ ਆਪਣੇ ਪੱਥ 'ਤੇ ਤੁਰੇ ਜਾ ਰਹੇ ਨੇ। ਲੇਕਿਨ ਇੱਕ ਚੀਜ਼ ਹੋਰ ਵੀ ਸਾਹਮਣੇ ਆ ਰਹੀ ਹੈ, ਉਹ ਇਹ ਹੈ, ਬੜੀ ਸਾਫ਼ ਹੈ ਕਿ ਇਹ ਜਿਹੜੇ
अग्निपथ ने या क्रांति पथ ने, ये पत्थां दर पथ जिहड़े ने ये पाथियां हो के रह गए ने। और इहदे विच जिहड़ा 2024 दा लक्ष्य है जिहड़ा उस नूं पूरा करन दा यतन कीता जा रहा। 2024 का लक्ष्य तुसीं समझ गए हो कि इलैक्शन जितन लई पलटियां मारियां जा रही हैं। ये पलटी पथ है। इस पलटी पथ दे विचों निकलण लई सरकार नूं किन्नियां कू, देश नूं किन्नियां कू मुसीबतां दा सामना करना पेगा, अजे तक कोई पता नहीं। इस वेले देश का युवा अक्रोश विच है, गुस्से विच है, और वो अक्रोश ते गुस्से दे पथ ते चल पिया और रेलवे पथ नूं किन्ना नुकसान पहुँच गया, इस गल का अंदाज़ा जिहड़ा है गोदी मीडिया दिखाई जा रहा है। लेकिन गोदी मीडिया गुणवी गायन करी जा रहा है। गुण गायन किहदे कर रहा कि ये बड़ा चंगा एक कदम है। उस तरह ही गुण गायन किया जा रहा जिमें किसानों का पथ सीगा, जिमें किसानों के बिल चंगे सीगे। वो 1 साल बाद सरकार नूं खुद ही समझ लग गई, समझाते समझाते वो आप ही समझ गए कि ये जिहड़ा है किसानों के हित च नहीं। तो वो 1 साल के शांतमई अंदोलन पथ नूं उन्होंने वेखते हुए एक सियानत की कि असी जिहड़ी गलती की है जे हुण इस नूं वापस लै लिया जाए तो कोई वड्डी गल नहीं। इत्थे तुहानूं एक चीज़ होर भी दस दियां, जे इत्थे जे एक अहिंसा का आलम चलिया और इस अहिंसा के आलम दे विच जिहड़ा है किवें ते किस हिसाब नाल चलिया पथ, ये तुहानूं मैं दस देना। ये देश के हित च नहीं। नौजवान जिहड़े हैं उन्होंने देखा कि शांतमई जिन्नियां भी असी नोटबंदी उत्ते कोई अंदोलन नहीं होया। नोटबंदी पथ जिहड़ा सीगा वो किस तरह का रहा देश के लोगों लई, और जिहड़ा सीगा कोविड का पथ वो किस तरह लई रहा, और जिहड़ा इस वेले उन्हां दियां हक्कां ते नौकरियां दे उत्ते मेहनत दे उत्ते जिहड़ा पथ चलाया गया उस पथ दे विचों की गल सामने साफ ते स्पष्ट तौर पर नज़र ते आई है। और देश फुक रहा है, ये भी देश हित च नहीं। ये भी एक पथ जिहड़ा बहुत खराब है। ये अपील है नौजवानों नूं, पर चीज़ यह है नौजवान जिहड़े ने आक्रोश विच क्यों ने, इस वजह करके क्योंकि उन्हां नूं पता है कि ये सरकार शांति पथ दे उत्ते नहीं चलती। जे ये शांति पथ दे उत्ते नहीं चलती तो इसका मतलब ये है भी नौजवानों ने ये आक्रोश जिहड़ा उस नूं देखते हुए सोचते हुए समझण की कोशिश की है, और उन्होंने ये अंदाज़ा कर लिया कि ये जिहड़ी सरकार है शांति पथ का मीनिंग नहीं समझती। इत्थे मैं तुहानूं एक छोटी जी इंसीडेंस याद कराउणा। एक बारी 2 परिवारों दे विच लड़ाई हो गई आपस में, तो उन्होंने बड़ा समझाया सोचा और इस हिसाब नाल गल की कि किवें ना किवें असी सुलह कर लीए। सुलह का पथ अपनाया उन्होंने, लेकिन जदों सुलह का पथ नहीं आया, गुस्से का पथ आ गया, तो फिर एक परिवार ने धमकी दी असी 7 भरा हाँ, तो दूजे पासे दूजा जिहड़ा सीगा भरा वो कल्ला सीगा ते 2 दे छोटे छोटे बच्चे सीगे। ते उन्हें ये कहा तुसी सत्ते लाइन च लग जाओ, प्यो दे समेत 8 हो गए, तो मैं एक चपेड़ मारा वट के अद्धे धमाके नाल डिग जाओगे। आ देखो पंछी भी सुन रहा है और कह रहा है कि ये जिहड़ी शांति पथ देश लई जिहड़ा ये ठीक है। वो मेरी जामनी भर रहा है इस वेले इस गल दे विच ये कह के कि धमाके नाल डिगण वाले बड़े लोग ने, और इहो जे धमाके नाल डिगण वाले लोग जिहड़े ने देश लई किस तरह, देश पथ लई किस तरह सहाई होणगे, एक अपने आप दे विच है। वो भी कोई गल कहण दी यतन कर रहा अपना, ये पंछी बोल बोल के देखो उसकी आवाज़, और चीख चीख के कह रहा तुहानूं कुछ ना कुछ कही जा रहा है। और जे ये कहन या सुनन दे विच है गल, तो फिर अपने आप दे विच एक बड़ा वड्डा रुझान है। सुन लो की क्या, सोच लो की क्या। और तुहानूं एक गल मैं होर भी दस दियां, और वो ये है, एक बारी मेरे एक अंकल मंगल प्रकाश जी उन्होंने ये कहा, मैं छोटा सा, मैनू उहदे अर्थ नहीं सन समझ। उन्होंने ये कहा भैड़े नूं ना मारो, भैड़े दी मां नूं मारो।
ਜਿਹੜੀ ਅੱਗੋਂ ਭੈੜਾ ਨਾ ਜੰਮ ਧਰੇ। ਤਾਂ ਮੈਂ ਉਸ ਕਸ਼ਮਕਸ਼ ਦੇ ਵਿੱਚ ਕਾਫੀ ਦਿਨ ਪਿਆ ਰਿਹਾ, ਮਗਜ ਪੱਚੀ ਕਰਦਾ ਰਿਹਾ, ਸੋਚਦਾ ਰਿਹਾ ਵੀ ਇਹਦੇ ਅਰਥ ਕੀ ਨੇ। ਤੇ ਮੈਂ ਇੱਕ ਦਿਨ ਅੰਕਲ ਨੂੰ ਪੁੱਛ ਲਿਆ, ਤੇ ਫਿਰ ਅੰਕਲ ਨੇ ਜਦੋਂ ਮੈਨੂੰ ਸਮਝਾਏ ਉਹਦੇ ਅਰਥ, ਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਮਾਂ ਦਾ ਕੀ ਕਸੂਰ ਹੈ। ਜਿਹੜਾ ਸੋਰਸ ਹੈ, ਜੇ ਤੁਸੀਂ ਸੋਰਸ ਨੂੰ ਛੱਡ ਦਿਓਗੇ ਤੇ ਮਾਂ ਨੂੰ ਮਾਰੋਗੇ, ਤੇ ਮਾਂ ਇਕੱਲੀ ਦਾ ਕੀ ਕਸੂਰ ਹੈ। ਇੱਥੇ ਇਹ ਦੇਖੋ ਤੁਸੀਂ, ਇਹ ਸੋਰਸ ਜਿਹੜਾ ਕਿਵੇਂ ਤੇ ਕਿਸ ਹਿਸਾਬ ਦਾ, ਸੋਰਸ ਵੱਲ ਵੇਖੋ ਤੁਸੀਂ। ਔਰ ਸੋਰਸ ਵੱਲ ਵੇਖਦਿਆਂ ਹੋਇਆਂ ਨੌਜਵਾਨਾਂ ਨੇ, ਕਈ ਬੀਜੇਪੀ ਦੇ ਨੇਤਾ, ਡਿਪਟੀ CM ਜਾਂ ਕੋਈ ਹੋਰ ਜਿੱਥੇ ਜਿੱਥੇ ਵੀ ਨੇ, ਉਹਨਾਂ ਦਾ ਹੱਥ ਪੱਲਾ ਪਿਆ ਜਾਂ ਵਸਿਆ, ਉਹਨਾਂ ਨੇ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ, ਉਹ ਵੀ ਦੇਸ਼ ਹਿੱਤ 'ਚ ਨਹੀਂ। ਦੇਸ਼ ਨਹੀਂ ਫੁਕਣਾ ਚਾਹੀਦਾ। ਦੇਸ਼ ਦਾ ਪੱਥ ਜਿਹੜਾ ਸਾਡੇ ਦਾ ਬੜਾ ਸ਼ਾਂਤਮਈ ਪੱਥ ਹੈ। ਅਸੀਂ ਵਰਲਡ ਲੀਡਰ ਬਣਨ ਦੇ ਲਈ ਤੁਰੇ ਸਾਂ, ਤੇ ਅਸੀਂ ਕਿਹੜੇ ਪੱਥ 'ਤੇ ਤੁਰ ਪਏ ਹਾਂ। ਇਹ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਵਿਚਾਰ ਹੈ। ਗੱਲ ਇਹ ਹੈ ਕਿ ਜੇ ਨੌਜਵਾਨਾਂ ਨਾਲ ਬਹਿ ਕੇ ਗੱਲ ਕਰ ਲਏ ਸਰਕਾਰ। ਅੱਜ ਮੈਂ ਦੇਖਿਆ TV ਚੈਨਲਾਂ ਦੇ ਉੱਤੇ, ਕਈ TV ਚੈਨਲਾਂ ਨੇ ਇੱਥੋਂ ਤੱਕ ਇਸ ਹਿਸਾਬ ਨਾਲ ਗੱਲ ਕੀਤੀ ਹੈ ਕਿ ਫੌਜ ਦੇ ਰਿਟਾਇਰਡ ਜਨਰਲ ਬੁਲਾਏ, ਜਿਨ੍ਹਾਂ ਦੇ ਮੈਂ ਨਾਮ ਨਹੀਂ ਲੈ ਰਿਹਾ, ਸਾਰੀ ਦੁਨੀਆ ਨੇ ਦੇਖਿਆ ਗੋਦੀ ਮੀਡੀਆ ਨੇ ਕੀ ਕਾਰਵਾਈ ਕੀਤੀ ਹੈ, ਔਰ ਉਸ ਕਾਰਵਾਈ ਦੇ ਵਿੱਚੋਂ ਕੀ ਨਿਕਲਿਆ। ਇਹ ਇੱਕ ਤੁਹਾਡੇ ਲਈ ਬੜੀ ਵੱਡੀ ਗੱਲ ਹੈ, ਤੇ ਬੜੀ ਵੱਡੀ ਸੋਚ ਹੈ ਤੇ ਵਿਚਾਰ ਹੈ। ਉਸ ਦੇ ਵਿੱਚ ਸਾਰਿਆਂ ਨੇ ਹੀ ਉਸੇ ਤਰ੍ਹਾਂ ਗੁਣ ਗਾਇਨ ਕੀਤਾ ਹੈ, ਜਿਵੇਂ ਕ੍ਰਿਸ਼ੀ ਕਾਨੂੰਨਾਂ ਦਾ ਗੁਣ ਗਾਇਨ ਭਾਰਤ ਸਰਕਾਰ ਦੇ ਕਈ ਮੰਤਰੀਆਂ ਨੇ, ਸੰਸਥਾ ਨੇ ਗੋਦੀ ਮੀਡੀਆ 'ਤੇ ਆ ਕੇ ਕੀਤਾ ਸੀ, ਜਾਂ ਉਹਨਾਂ ਨੇ ਜਿਹੜਾ ਕਿਸੇ ਤਰ੍ਹਾਂ ਦੀਆਂ ਡਿਬੇਟਸ ਦੇ ਵਿੱਚ ਹਿੱਸਾ ਲੈ ਕੇ ਕੀਤਾ ਸੀ, ਉਸੇ ਤਰ੍ਹਾਂ ਹੀ ਇਸ ਦਾ ਗੁਣ ਗਾਇਨ ਕੀਤਾ ਗਿਆ। ਲੇਕਿਨ ਇਹ ਜਿਹੜਾ ਪੱਥ ਹੈ, ਇਹ ਅਗਨੀ ਪੱਥ ਤਾਂ ਕੀ ਹੈ, ਅਗਨੀ ਪੱਥ ਕਿੱਧਰ ਨੂੰ ਤੁਰ ਪਿਆ ਹੈ। ਦੇਸ਼ ਦੇ ਨੇਤਾ ਕਿਉਂ ਨਹੀਂ ਇਸ ਚੀਜ਼ ਨੂੰ ਸਮਝ ਰਹੇ, ਔਰ ਕਿਉਂ ਨਹੀਂ ਸੋਚ ਰਹੇ, ਕਿਉਂ ਨਹੀਂ ਵਿਚਾਰ ਰਹੇ। ਆ ਦੇਖੋ, ਇੱਕ ਛੋਟਾ ਬੱਚਾ ਉਛਲ ਕੇ ਆਪਣੀ ਮਾਂ ਨਾਲ ਜਾ ਰਿਹਾ, ਔਰ ਉਹ ਸੰਦੇਸ਼ਾ ਦੇ ਰਿਹਾ। ਇਹ ਇੱਕ ਪੰਛੀ ਦੇਖੋ ਆਇਆ, ਮੇਰੀ ਗੱਲ ਸੁਣਨ ਲਈ ਆਇਆ, ਕਹਿਣ ਲਈ ਆਇਆ ਬਈ ਤੂੰ ਚੰਗਾ ਕੀਤਾ ਹੈ, ਔਰ ਸਿਰ ਝੁਕਾ ਕੇ ਬਾਰ-ਬਾਰ ਆ ਦੇਖੋ ਖਾਣਾ ਵੀ ਖਾ ਰਿਹਾ, ਤੇ ਆਪਣੀ ਦੇਸ਼ ਦੀ ਧਰਤੀ ਨੂੰ ਨਮਸਕਾਰ ਵੀ ਕਰ ਰਿਹਾ। ਤੇ ਇਹ ਜਿਹੜੀ ਨਮਸਕਾਰ ਹੈ, ਉਹ ਇਸੇ ਲਈ ਹੈ ਕਿ ਇਹ ਆਪਣੇ ਪੱਥ ਦੇ ਉੱਤੇ ਸ਼ਾਂਤਮਈ ਜੀਵਨ ਨਾਲ ਰਹਿਣਾ ਚਾਹੁੰਦਾ। ਦੇਸ਼ ਦੇ ਯੁਵਾ ਦੀ ਗੱਲ ਨੂੰ ਜੇ ਸਾਡੀ ਸਰਕਾਰ ਨਹੀਂ ਸਮਝੇਗੀ, ਸਾਡੀ ਸਰਕਾਰ ਕਿਸੇ ਤਰ੍ਹਾਂ ਵੀ ਇਸ ਨੂੰ ਅੱਖੋਂ ਪਰੋਖੇ ਕਰੇਗੀ, ਤਾਂ ਇਹਦੇ ਦੂਰ ਰਸ ਨਤੀਜੇ ਕਿਹੜੇ ਪੱਥ 'ਤੇ ਜਾ ਕੇ ਡਿੱਗ ਜਾਣਗੇ, ਇਹ ਕਿਸੇ ਨੂੰ ਕੋਈ ਪਤਾ ਨਹੀਂ। ਲੇਕਿਨ ਇਸ ਪੱਥ ਨੂੰ ਦੇਖਣਾ, ਸਾਂਭਣਾ ਸਰਕਾਰ ਦੀ ਹੇਠੀ ਵਾਲਾ ਕੰਮ ਨਹੀਂ। ਲੇਕਿਨ ਇੱਕ ਚੀਜ਼ ਜ਼ਰੂਰ ਸਾਫ਼ ਤੇ ਸਪਸ਼ਟ ਹੈ, ਉਹ ਇਹ ਹੈ ਬਈ ਤੁਸੀਂ ਦੇਸ਼ ਦੇ ਯੁਵਾ ਨੂੰ ਜੇ ਨਹੀਂ ਸਾਂਭ ਸਕੇ, 2 ਕਰੋੜ ਨੌਕਰੀਆਂ ਦੇ ਜਿੰਨੇ ਵੀ ਤੁਹਾਡੀ ਲਿਫਾਫੇਬਾਜ਼ੀ ਚੱਲੀ ਹੈ, ਸਾਲ ਦੀ 2 ਕਰੋੜ ਨੌਕਰੀਆਂ ਦੇਵਾਂਗੇ, ਉਹ ਲਿਫਾਫੇਬਾਜ਼ੀ ਦੇ ਵਿੱਚੋਂ ਕੱਖ ਨਹੀਂ ਨਿਕਲਿਆ। ਤੇ ਇਹ ਵਜ੍ਹਾ ਹੈ ਕਿ ਦੇਸ਼ ਦਾ ਯੁਵਾ ਜਿਹੜਾ ਹੈ ਇਸ ਵੇਲੇ ਅਕਰੋਸ਼ ਪੱਥ 'ਤੇ ਤੁਰ ਪਿਆ, ਔਰ ਇਹ ਅਕਰੋਸ਼ ਪੱਥ ਸਾਨੂੰ ਕਿੱਥੇ ਲੈ ਕੇ ਜਾਏਗਾ। ਇਸ ਵੇਲੇ ਤੱਕ ਕਿੰਨੀ ਸੰਪਤੀ ਦਾ ਨੁਕਸਾਨ ਹੋ ਚੁੱਕਾ, ਕਿੰਨੇ ਲੋਕਾਂ ਦਾ ਰਹਿਣ ਬਸੇਰਾ, ਘਰ ਨੂੰ ਜਾਣ ਵਾਲੀ ਉਹਨਾਂ ਦੀਆਂ ਟ੍ਰੇਨਸ ਜਿਹੜੀਆਂ ਰੱਦ ਹੋ ਚੁੱਕੀਆਂ, ਔਰ ਕਈ ਕੁਛ ਹੋ ਚੁੱਕਾ ਹੈ। ਔਰ ਇਹ $5 ਟ੍ਰਿਲੀਅਨ ਦੀ ਇਕੋਨਮੀ ਜਿਹੜੀ ਹੈ, ਇਹ ਕਿਵੇਂ, ਕਦੋਂ ਤੇ ਕਿੱਥੇ ਤੇ ਕਿਸ ਹਿਸਾਬ ਨਾਲ ਬਣੇਗੀ, ਇਹ ਕਿਸੇ ਨੂੰ ਕੋਈ ਪਤਾ ਨਹੀਂ। ਔਰ ਇਹ ਜੇ ਦੇਖਿਆ ਜਾਏ, $5 ਟ੍ਰਿਲੀਅਨ ਇਕੋਨਮੀ ਦਾ ਪੱਥ ਜਿਹੜਾ ਹੈ, ਇਹ ਇੱਕ ਲਿਫਾਫੇਬਾਜ਼ੀ ਹੈ ਜਾਂ ਜੁਮਲੇਬਾਜ਼ੀ ਹੈ। ਜਿੰਨੀਆਂ ਵੀ ਸਕੀਮਾਂ ਇਸ ਸਰਕਾਰ ਦੀਆਂ 2014 ਤੋਂ ਲੱਗ ਕੇ ਹੁਣ ਤੱਕ ਆਈਆਂ, ਸਾਰੇ ਸ਼ੱਕ ਦੇ ਦਾਇਰੇ ਵਿੱਚ, ਸ਼ੱਕ ਦੇ ਪੱਥ ਵਿੱਚ ਨੇ। ਔਰ ਇਹ ਜਿਹੜੀ ਹੈ ਬੇਵਿਸ਼ਵਾਸੀ ਦਾ ਪੱਥ ਜਿਹੜਾ ਹੈ, ਇਹ ਸਾਡੇ ਦੇਸ਼ ਦੇ ਲੋਕਾਂ ਲਈ ਕਿਸੇ ਤਰ੍ਹਾਂ ਨਹੀਂ। ਮੈਂ ਦੇਸ਼ ਦੇ ਲੋਕਾਂ ਨੂੰ, ਭਾਰਤ ਦੀ ਜਨਤਾ ਨੂੰ, ਦੇਸ਼ ਦੇ ਯੁਵਾ ਨੂੰ, ਔਰ ਮੈਂ ਜਿਹੜੇ ਹੈ ਦੇਸ਼ ਦੇ ਸੰਚਾਲਕ, ਗੌਰਮੈਂਟ ਦੇ ਜਿਹੜੇ ਕਹਿੰਦੇ ਕਹਾਉਂਦੇ ਵਿੱਚ ਸਮਝਦਾਰ ਸੂਝਵਾਨ ਲੋਕ ਨੇ, ਉਹਨਾਂ ਨੂੰ ਮੈਂ ਇਹ ਬੇਨਤੀ ਕਰਾਂਗਾ ਕਿ ਉਹ ਆਓ ਤੇ ਆਪਣੇ ਦੇਸ਼ ਦੇ ਯੁਵਾ ਦੇ ਹੱਕਾਂ ਦੀ ਰਾਖੀ ਕਰੋ।
बार बार ये गल सामने आ रही है कि चीन साडी टैरेटरी दे उत्ते बैठा है, वो कंस्ट्रक्शन कर रहा है, लेकिन उधर साडी सरकार दा कोई भी ध्यान नहीं। क्यों नहीं ध्यान, इस गल नूं भी एक सोचण ते विचारन वाली गल है। देखो किन्ने सज्जन मित्र बेखौफ होके तुर रहे ने। ये साडे देश की खूबसूरती का पथ है। जे ये खूबसूरती का पथ है तो फिर तुसी ये अंदाज़ा ला लो कि धीआं भैणां किवें सुरक्षित तुरियां जा रही ने। ये जिहड़ी साडी देश की फौज है उस दी वजह करके, जिन्हां ने इंटरनेशनल बॉर्डर्स नूं सुरक्षित किया होया। और जे मैं इत्थे ये कहां बई इस पथ नूं जिहड़ा सरकार ने चुनिया, किन्ना लोगों ने जन्म दिता है इस पथ नूं, उन्हां दे उत्ते कार्रवाई दा पथ होना चाहिए या नहीं। साडियां कोर्टां दा पथ जिहड़ा किधर नूं जा रहा है, अजे तक म्यूट स्पैक्टेटर बैठियां ने, उन्होंने कोई पथ जिहड़ा इहदे ते नहीं अपनाया। सारियां नूं बेनती है रल मिल के इस देश की सद्भावना नूं बना के रखो। और गल ये है भी जदों भी कोई भी पथ चुनना है तो देश हित विच होना चाहिए। किसी दी हेठी नूं या किसी दी हौमे नूं वो पथ नहीं बनन देना चाहिए जिहड़ा कंढियां दा पथ हो जाए। बड़े दुखी मन नाल ये वीडियो पाई जा रही है, देश हित विच पाई जा रही है। नौजवानों नूं बेनती की जा रही है, सरकार नूं बेनती की जा रही है, भाई उस पथ वल ना जाओ जिहड़ा पथ किसी तरह भी देश विच आर्थिक मंदहाली दा पथ लैके आ जाए। गल्लां इन्नियां कोई ज़्यादा नहीं करना। एडवोकेट जगमोहन सिंह पट्टी यूट्यूब चैनल नूं सबसक्राइब कर देना, शेयर कर देना, वध तो वध इस वीडियो नूं शेयर करके देश हित विच हर नौजवान के हत्थ विच पहुँचा देना, हर सूझवान के हत्थ विच पहुँचा देना, बुद्धिजीवी के हत्थ विच पहुँचा देना, जिहड़े देश हित दे विच देश पथ दे विच खलोरे ने। उन्हां नूं कोटन कोट प्रणाम ते गल्लां इन्नियां कोई ना निकले इहदा गलत अंजाम। सत श्री अकाल।